Good morning, students. In our previous video, we will discuss about the packing efficiency of different unit cell. Also, we discuss the formula to calculate the density of a unit cell. So today we will discuss the sizes of octahedral and tetrahedral voids. Sizes of octahedral and tetrahedral void, and we already know that in case of HCP or CCP or FCC, there are two types of common voids, octahedral and tetrahedral voids. And the radii of the voids in a closed pack structure is related to the sizes of sphere present in the packing. So now we calculate the relationship between radius of octahedral void and radius of atoms in closed packing. ਇਹ ਸਾਡੇ ਕੋਲੇ ਜਿਹੜੇ ਐਟਮਸ ਨੇ, ਅਸੀਂ ਪਹਿਲਾਂ octahedral ਦੀ ਗੱਲ ਕਰ ਰਹੇ ਹਾਂ। ਇਹ ਸਾਡੇ ਕੋਲ ਸਫੀਅਰਸ ਨੇ, ਜੋ ਇਹ ਸਰਕਲ ਨੇ, ਇਹ ਐਟਮਸ ਨੂੰ ਰਿਪਰੈਜ਼ੈਂਟ ਕਰਦੇ ਆ। ਸੋ ਇਹ ਚਾਰ ਨੇ, ਇੱਕ ਇਹਦੇ ਉੱਪਰ ਆਊਗਾ, ਇੱਕ ਨੀਚੇ ਹੋਊਗਾ। ਉਹ ਮੈਂ ਇੱਥੇ ਡਰਾ ਨਹੀਂ ਕਰ ਰਿਹਾ ਕਿਉਂਕਿ ਫਿਰ ਪ੍ਰੋਪਰਲੀ ਤੁਹਾਨੂੰ ਵਿਜ਼ੀਬਲ ਨਹੀਂ ਹੋਊਗਾ। ਸੋ ਜਿਹੜਾ ਰੇਡੀਅਸ ਆਫ ਸਫੀਅਰ ਆ ਜਾਂ ਰੇਡੀਅਸ ਆਫ ਐਟਮ ਆ, ਇਹ ਵਾਲਾ ਦਿਸ ਵਨ, ਇਹਦੀ ਵੈਲਿਊ ਕਿੰਨੀ ਹੈ? ਕੈਪੀਟਲ ਆਰ। ਇਹਦੀ ਵੀ ਕੀ ਹੈ? ਕੈਪੀਟਲ ਆਰ। ਇਹਦੀ ਵੀ ਕੀ ਹੈ? ਕੈਪੀਟਲ ਆਰ। ਸੋ ਜੋ ਵੀ ਰੇਡੀਅਸ ਹੈਗਾ ਐਟਮ ਦਾ, ਉਹਨੂੰ ਅਸੀਂ ਰਿਪਰੈਜ਼ੈਂਟ ਕਰ ਰਹੇ ਹਾਂ ਕੈਪੀਟਲ ਆਰ ਦੇ ਨਾਲ। ਐਂਡ ਰੇਡੀਅਸ ਆਫ ਵਾਈਡ ਦੈਟ ਇਜ਼ ਰਿਪਰੈਜ਼ੈਂਟਡ ਬਾय ਸਮਾਲਰ ਆਰ। ਇਹ ਜਿਹੜੀ ਜੀ ਐਮਟੀ ਸਪੇਸ ਹੈ, ਇੰਟਰਸਟੀਸ਼ੀਅਲ ਸਪੇਸ ਹੈ, ਇਹ ਸਾਡੇ ਕੋਲ ਕੀ ਹੈ? ਵਾਈਡ ਹੈ। ਤੇ ਇਹਦਾ ਰੇਡੀਅਸ ਆ ਜਿਹੜਾ ਉਹ ਕੀ ਹੈ? ਆਰ ਹੈ, ਸਮਾਲ ਆਰ ਹੈ। ਪਰ ਇਹ ਪੂਰਾ ਇੱਥੇ ਕਵਰ ਅਪ ਹੋ ਰਿਹਾ, ਇਸ ਕਰਕੇ ਇਹਦਾ ਡਾਇਆਮੀਟਰ ਕਿੰਨਾ ਹੋਊਗਾ? D = 2R। ਕਿੰਨਾ ਹੋਊਗਾ? 2R, ਕਿਉਂਕਿ ਪੂਰਾ ਕਵਰ ਹੋ ਰਿਹਾ। ਤੇ ਇਹਨਾਂ ਦੇ ਜਿਹੜੇ ਐਟਮਸ ਦੇ ਸੈਂਟਰ ਨੇ, ਉਹਨਾਂ ਨੂੰ ਮੈਂ ਜੁਆਇਨ ਕਰਕੇ ਇੱਕ ਤੁਹਾਡੇ ਕੋਲ ਸਕੁਅਰ ਟਾਈਪ ਬਣ ਗਈ, ਤੇ ਇਹ ਡਾਇਗਨਲ ਮੈਂ ਡਰਾ ਕਰ ਲਿਆ। ਸੋ ਲੈਂਥ ਆਫ ਯੂਨਿਟ ਸੈੱਲ ਇਜ਼ A ਸੈਂਟੀਮੀਟਰ। ਜਿਹੜੀ ਇਹ ਪੂਰੀ ਲੈਂਥ ਹੈ ਯੂਨਿਟ ਸੈੱਲ ਦੀ, ਹਰੇਕ ਲੈਂਥ, ਚਾਹੇ ਉਹ ਲੈਂਥ ਹੈ, ਬ੍ਰੈਡਥ ਹੈ, ਹਾਈਟ ਹੈ, that is equal to A centimeter. So in triangle ABC, ਕਿਹੜੀ triangle? ABC, ਆਹ ਵਾਲੀ triangle ABC. So AB ਦੀ ਵੈਲਿਊ ਕਿੰਨੀ ਹੈ? A in the form of edge length, ਇਹ ਵਾਲੀ। BC ਦੀ ਵੈਲਿਊ ਕਿੰਨੀ ਹੈ? A. So AB or BC equal to A centimeter. So in triangle ABC we can calculate AC. ਇਹ ਆਪਾਂ ਪੈਕਿੰਗ ਐਫੀਸ਼ੀਐਂਸੀ 'ਚ ਵੀ ਕੈਲਕੂਲੇਟ ਕੀਤੀ ਸੀ ਬਾਈ ਅਪਲਾਈਂਗ ਆ ਪੈਥਾਗੋਰਸ ਥਿਊਰਮ। AC ਸਕੁਅਰ ਇਕੁਅਲ ਟੂ AB ਸਕੁਅਰ ਪਲੱਸ BC ਸਕੁਅਰ। ਦੋਨਾਂ ਦੀ ਵੈਲਿਊ A ਹੈ। A ਸਕੁਅਰ ਪਲੱਸ A ਸਕੁਅਰ 2A ਸਕੁਅਰ, ਦੋਨੇ ਪਾਸੇ ਸਕੁਅਰ ਰੂਟ ਕਰਤਾ। ਸੋ AC ਦੀ ਵੈਲਿਊ ਕਿੰਨੀ ਆ ਗਈ? √2A। ਹੁਣ ਆਪਾਂ ਕੀ ਕਰਨਾ? AC ਨੂੰ AB ਦੇ ਨਾਲ ਡਿਵਾਈਡ ਕਰਨਾ। ਇੱਧਰ AC ਨੂੰ AB ਨਾਲ ਡਿਵਾਈਡ ਕੀਤਾ। AC ਦੀ ਵੈਲਿਊ ਕਿੰਨੀ ਹੈ? √2A। ਤੇ AB ਦੀ ਵੈਲਿਊ ਕਿੰਨੀ ਹੈ? A ਨਾਲ A ਕੀ ਕਹੇਗੀ? ਕੈਂਸਲ। √2/1. Now we calculate the value of AB or AC in terms of radius. AB equal to 2R. AB ਦੀ ਵੈਲਿਊ ਹੈ, ਇਹ ਵੀ R ਹੈ, ਇਹ ਵੀ R ਹੈ। ਸੋ ਇਹ ਕਿੰਨੀ ਆ ਗਈ? 2 ਕੈਪੀਟਲ R। AC ਦੀ ਵੈਲਿਊ ਕਿੰਨੀ ਆਊਗੀ? ਇਹ ਤੁਹਾਡੇ ਕੋਲ AC ਹੈ, R + R ਕੈਪੀਟਲ R ਪਲੱਸ 2 ਸਮਾਲ r। ਕਿਉਂਕਿ ਜਿਹੜਾ ਵੋਇਡ ਆ ਉਹ ਸਾਡਾ ਪੂਰਾ ਡਾਇਆਮੀਟਰ ਆ ਰਿਹਾ, ਇੱਕ ਐਟਮ ਦਾ ਰੇਡੀਅਸ ਹੈ, ਦੂਸਰੇ ਦਾ ਜਿਹੜਾ ਟੱਚ ਕਰ ਰਿਹਾ AC 'ਚ। ਸੋ AC equal to 2 ਸਮਾਲ r ਪਲੱਸ 2 ਕੈਪੀਟਲ R, 2 ਕੈਪੀਟਲ R। ਸੋ ਇੱਥੇ ਫੇਰ ਡਿਵਾਈਡ ਕਰ ਦਿਓ AC ਨੂੰ AB ਦੇ ਨਾਲ। AC ਦੀ ਵੈਲਿਊ ਇਨ ਟਰਮਸ ਆਫ ਰੇਡੀਅਸ ਕਿੰਨੀ ਹੈ? 2R ਪਲੱਸ 2 ਸਮਾਲ r। AB ਦੀ ਵੈਲਿਊ ਕਿੰਨੀ ਹੈ? 2R। ਠੀਕ ਹੈ। ਸੋ ਇਹਨੂੰ ਮੈਂ ਇਕੱਲੇ ਨੂੰ ਜਿਹੜਾ ਡਿਨੋਮੀਨੇਟਰ ਹੈ, ਉਹਨੂੰ ਇਕੱਲੇ ਨਿਊਮੀਨੇਟਰ ਦੇ ਨੀਚੇ ਰੱਖਤਾ। 2R/2R ਕੈਪੀਟਲ R ਪਲੱਸ 2 ਸਮਾਲ r/2 ਕੈਪੀਟਲ R। ਇਹ ਕੈਂਸਲ ਹੋ ਗਿਆ, ਇੱਥੇ 1 ਆ ਗਿਆ, ਇੱਥੇ 0 ਨਹੀਂ ਲਿਖਣਾ, 1 ਆ ਗਿਆ ਕਿਉਂਕਿ 1 2R ਦਾ 1 2R। ਸੋ 1 ਪਲੱਸ ਸਮਾਲ r/, ਕੈਪੀਟਲ R। ਦਿਸ ਇਜ਼ ਯੂਰ ਇਕੁਏਸ਼ਨ ਨੰਬਰ 2। ਸੋ AB ਤੁਹਾਡੇ ਕੋਲ AC/AB ਦੀ ਵੈਲਿਊ ਹੈ, ਇਕੁਏਸ਼ਨ ਨੰਬਰ 1। ਇਹ ਵੀ ਤੁਹਾਡੇ ਕੋਲ ਇਕੁਏਸ਼ਨ ਨੰਬਰ 2 AC/AB ਦੀ ਵੈਲਿਊ ਹੈ। ਸੋ ਫਰੋਮ ਇਕੁਏਸ਼ਨ 1 and 2 we get 1 plus small r/, capital R equal to √2/1। ਇੱਧਰ 1 ਪਲੱਸ ਦੇ, ਉੱਧਰ ਜਾ ਕੇ ਕਾਹਦੇ ਹੋ ਜਾਣਗੇ? ਮਾਈਨਸ ਦੇ। R/capital R equal to √2 - 1। So we know that the value of √2, that is 1.414 minus 1.000. So it becomes equal to 0.414. So small r/ capital R, R equal to radius of void equal to 0.414 capital R. Jani radius of void is equal to 0.414 times of radius of a sphere. So it means the radius of void in octahedral case, in octahedral void, its radius must be
0.414 times of radius of sphere. ये साडे को relation है. Next we find the relation between radius of tetrahedral void and radius of atom in close packing. And in tetrahedral void there are 4 spheres at alternate corners. ये alternate corners ते मैं रखे ने, एक ए corner हो गया, एक ए alternate corners ਤੇ because एक atom ਵਿੱਚ 2 tetrahedral voids ਹੁੰਦੇ ਨੇ ਸਾਡੇ ਕੋਲੇ. ਸੋ ਟੈਟਰਾਹੈਡਰਲ ਇਹ ਅਰੇਂਜ ਆ. ਜੇ ਮੈਂ ਇਹਨੂੰ ਇੱਥੋਂ ਚੱਕਾਂ ਤਾਂ ਇਹ ਤਿੰਨੋਂ ਜਿਹੜੇ ਹੈਗੇ ਨੇ ਐਟਮਸ ਇਸ ਵੇ ਦੇ ਨਾਲ ਤੁਹਾਡੇ ਕੋਲ ਇੱਕ ਟੈਟਰਾਹੈਡਰਨ ਜਿਹੜੀ ਹੈਗੀ ਆ ਫਾਰਮ ਕਰ ਰਹੇ ਨੇ. ਇਹਨੂੰ ਇਸ ਜਗ੍ਹਾ ਤੋਂ ਜੇ ਉੱਪਰ ਨੂੰ ਚੱਕਾਂ ਤਾਂ ਮੇਰੇ ਕੋਲ ਮਿਥੇਨ ਵਰਗੀ ਸਟਰਕਚਰ ਬਣੂਗੀ ਤੇ ਉਹਦੇ ਜਿਹੜਾ ਵਿਚਾਲੇ ਐਮਟੀ ਸਪੇਸ ਆ ਉਹਨੂੰ ਅਸੀਂ ਕੀ ਬੋਲਾਂਗੇ, ਟੈਟਰਾਹੈਡਰਲ ਵੋਇਡ. ਇਸ ਵੇ ਦੇ ਨਾਲ ਇਹ ਜਿਹੜੀ ਸਪੇਸ ਹੈ ਟੈਟਰਾਹੈਡਰਲ ਵੋਇਡ ਹੈ, ਇਹਦੇ ਉੱਪਰ ਜੇ ਐਟਮ ਪਿਆ ਵਾ ਉਹ ਆਹ ਵਾਲਾ ਹੈ ਤੇ ਇਹਨੂੰ ਇਸ ਤਰ੍ਹਾਂ 3D ਦੇ ਨਾਲ ਜੇ ਵਿਜ਼ੀਬਲ ਕਰਕੇ ਦੇਖਣਾ. ਸੋ ਆਹ ਜਿਹੜਾ ਵੋਇਡ ਹੈ ਉਹ ਇੱਥੇ ਪਿਆ ਵਾ ਬੋਡੀ ਦੇ ਸੈਂਟਰ 'ਚ. ਕਲੀਅਰ. ਸੋ ਇੱਥੇ ਵੀ ਤੁਹਾਡੇ ਕੋਲ ਸੇਮ AB = CD = A. ਇਹਦੀ ਵੈਲਿਊ AB ਦੀ ਵੈਲਿਊ ਵੀ ਕਿੰਨੀ ਹੈ, A ਹੈ ਇਨ ਟਰਮਸ ਆਫ ਐਜ ਲੈਂਥ, ਤੇ CD ਦੀ ਵੈਲਿਊ ਵੀ ਕਿੰਨੀ ਹੈ, A ਹੈ, ਤੇ AC ਦੀ ਵੈਲਿਊ ਅਸੀਂ ਕੈਲਕੂਲੇਟ ਕਰ ਚੁੱਕੇ ਹਾਂ √2A. ਤੇ AC ਦੀ ਵੈਲਿਊ ਇਨ ਟਰਮਸ ਆਫ ਰੇਡੀਅਸ ਆਫ ਐਟਮ, ਇੱਥੇ ਹੁਣ ਦੋ ਹੀ ਐਟਮ ਹੈ, ਇੱਕ C ਪੋਜੀਸ਼ਨ ਤੇ ਇੱਕ A ਤੇ ਹੈ, ਇਸ ਤਰ੍ਹਾਂ ਜੁੜੇ ਹੋਣਗੇ. ਸੋ ਇਟ ਮੀਨ ਸਾਡੇ ਕੋਲ ਜਿਹੜਾ ਰੇਡੀਅਸ ਹੈ R ਕੈਪੀਟਲ R, ਸੋ ਇਟ ਬਿਕਮਸ ਇਕੁਅਲ ਟੂ 2R. ਸੋ ਇਹ ਵੀ ਤੁਹਾਡੇ ਕੋਲੇ AC ਦੀ ਵੈਲਿਊ ਇਨ ਟਰਮਸ ਆਫ ਰੇਡੀਅਸ ਆਫ ਸਫੀਅਰ ਹੈ, ਇਹ ਐਜ ਲੈਂਥ, ਦੋਨਾਂ ਨੂੰ ਇਕੁਏਟ ਕਰਤਾ. ਸੋ ਕੈਪੀਟਲ R = √2/2A. ਸੋ ਇਹ ਵੈਲਿਊ ਆ ਗਈ ਇਟ ਇਕੁਏਸ਼ਨ ਨੰਬਰ 3. ਨਾਓ ਇਨ ਟ੍ਰਾਇੰਗਲ ACD, ਦਿਸ ਵਨ ਜਿਹਦੇ ਚ void ਵੀ ਇਨਕਲੂਡਡ ਹੈ, ਜਿਹਦੇ ਚ void ਵੀ ਕੀ ਹੋ ਰਿਹਾ, ਇਨਕਲੂਡ ਹੋ ਰਿਹਾ. ਸੋ ਇਨ ACD ਅਸੀਂ ਕੈਲਕੂਲੇਟ ਕਰਨੀ ਹੈ AD, that is AD square = AC square plus CD square. AC ਦੀ ਵੈਲਿਊ ਕਿੰਨੀ ਹੈ, √2A ਦਾ ਸਕੁਅਰ ਪਲੱਸ A ਸਕੁਅਰ, ਇਟ ਬਿਕਮਸ 3A ਸਕੁਅਰ. ਹੁਣ ਜਿਹੜਾ ਐਟਮ ਆ ਤੁਹਾਡੇ ਕੋਲ ਰਜੇ, ਇੱਕ ਤਾਂ ਸਫੀਅਰ ਹੋ ਗਿਆ, ਦੂਸਰੇ ਪਾਸੇ ਜਿਹੜਾ ਇਹ void ਹੈ ਇਹ ਇੱਥੇ ਤੱਕ ਹੈ, ਪਰ ਇੱਥੇ ਕੋਈ ਐਟਮ ਪ੍ਰੈਜ਼ੈਂਟ ਨਹੀਂ ਹੈ, ਇੱਥੇ ਕੋਈ ਐਟਮ ਪ੍ਰੈਜ਼ੈਂਟ ਨਹੀਂ ਹੈ D ਪੋਜੀਸ਼ਨ ਤੇ. ਇਸ ਕਰਕੇ ਅਸੀਂ ਇਹਦਾ ਕੀ ਲਵਾਂਗੇ, ਹਾਫ ਲਵਾਂਗੇ. ਕੀ ਲਵਾਂਗੇ ਇੱਥੇ, ਹਾਫ. ਸੋ AD ਦੀ ਵੈਲਿਊ ਵੈਸੇ ਆਈ ਸੀ √3/A, ਅਸੀਂ AD ਦਾ ਕੀ ਕਰਤਾ, ਹਾਫ ਕਰਤਾ, ਕਿਉਂਕਿ ਸਾਨੂੰ ਇੱਧਰ ਰੇਡੀਅਸ ਨਹੀਂ ਮਿਲਣਾ ਹੈ ਇਸ ਜਗ੍ਹਾ ਤੇ. ਸੋ ਅਸੀਂ AD ਦਾ ਕੀ ਕਰਤਾ, ਹਾਫ. 80/2 = √3/2A. ਸੋ ਇਹ ਕੁਐਸਚਨ ਨੰਬਰ ਤੁਹਾਡੇ ਕੋਲ 4 ਹੋ ਗਈ. ਇਨ ਟਰਮਸ ਆਫ ਰੇਡੀਅਸ ਆਫ ਸਫੀਅਰ ਐਂਡ ਰੇਡੀਅਸ ਆਫ void, AD/2. AD ਦੇ ਹਾਫ ਦੀ ਵੈਲਿਊ ਅਸੀਂ ਕੈਲਕੂਲੇਟ ਕਰਨੀ ਹੈ. ਇਹ ਤੁਹਾਡੇ ਕੋਲ R ਹੋ ਗਿਆ, ਇਹ ਕਿੰਨਾ ਹੋ ਗਿਆ, ਇਹ ਵੀ R ਹੋ ਗਿਆ, ਕਿਉਂਕਿ ਟੋਟਲ ਕਿੰਨਾ ਸੀ 2R, ਪਰ ਅਸੀਂ ਇਹਦਾ ਹਾਫ ਕਰ ਰਹੇ ਹਾਂ. ਸੋ AD/2 = R plus r. ਸੋ ਕੁਐਸਚਨ 4 ਐਂਡ 5 ਦੋਨਾਂ ਨੂੰ ਇਕੁਏਟ ਕਰਤਾ, R plus R = √3/2A. ਹੁਣ ਕੁਐਸਚਨ ਨੰਬਰ 6 ਤੇ ਕੁਐਸਚਨ ਨੰਬਰ 3 ਦਿਸ ਵਨ, ਇਹਨੂੰ ਕੀ ਕਰ ਦਿਓ, ਡਿਵਾਈਡ ਕਰ ਦਿਓ. 6 ਇਕੁਏਸ਼ਨ ਡਿਵਾਈਡਡ ਬਾय ਇਕੁਏਸ਼ਨ ਨੰਬਰ 3. ਸੋ R plus R/R = √3A/2A. AD/2 ਦੀ ਵੈਲਿਊ ਇਨਟੂ A ਦੇ ਓਵਰ ਆਉਣਾ ਸੀ ਤਾਂ ਉਲਟੇ ਚਲੇ ਗਏ, √2. A ਨੀਚੇ ਆ ਗਿਆ, ਉੱਪਰ 2 ਆ ਗਿਆ. ਸੋ A ਦੇ ਨਾਲ A ਕੈਂਸਲ, 2 ਦੇ ਨਾਲ 2 ਕੈਂਸਲ, ਇਟ ਬਿਕਮਸ √3/√2. ਸੋ ਇਹਨੂੰ ਉਸੇ ਤਰ੍ਹਾਂ ਡਿਨੋਮੀਨੇਟਰ ਨੂੰ ਕੱਲੇ ਨਿਊਮੀਨੇਟਰ ਦੇ ਨੀਚੇ ਰੱਖ ਲਿਆ, R/R plus small r over capital R, it equal to √3/√2. ਇੱਥੇ 1 ਆ ਗਿਆ. ਸੋ ਇੱਥੇ ਵੈਲਿਊ ਸਬਸਟੀਟਿਊਟ ਕਰਤੀ ਹੈ ਮੈਂ, ਇਹ 1 ਉੱਧਰ ਜਾ ਕੇ ਕਾਹਦਾ ਹੋ ਗਿਆ, ਮਾਈਨਸ ਦਾ. ਜਦੋਂ ਇਹਨੂੰ ਕੈਲਕੂਲੇਟ ਕਰਾਂਗੇ ਐਲਸੀਐਮ ਲੈ ਕੇ, ਇਟ ਬਿਕਮਸ 1.732 minus 1.414/1.414. So radius of tetrahedral void equal to 0.225 radius of sphere. ਇੰਨੇ ਟਾਈਮਸ ਉਹਦਾ ਕੀ ਹੋਗਾ, ਜ਼ਿਆਦਾ ਹੋਊਗਾ. ਉਹ ਕਹਿੰਦਾ ਜੇ ਅਸੀਂ ਆਇਨਿਕ ਸੋਲਿਡਸ ਦੀ ਗੱਲ ਕਰੀਏ ਤਾਂ ਜਿਹੜਾ ਐਨਾਇਨ ਹੈ ਉਹ ਸਾਡੇ ਕੋਲ ਕਲੋਜ਼ ਪੈਕਿੰਗ ਦੇ ਵਿੱਚ ਮੇਨ ਪੋਜੀਸ਼ਨ ਤੇ ਪ੍ਰੈਜ਼ੈਂਟ ਹੁੰਦਾ, ਤੇ ਕੈਟਾਇਨਸ ਆ ਜਿਹੜੇ ਉਹ ਆਕੂਪਾਈ ਕਰਦੇ ਨੇ void ਦੀ ਪੋਜੀਸ਼ਨ. ਸੋ ਦੀ ਨੰਬਰ ਆਫ ਆਪੋਜ਼ਿਟਲੀ ਚਾਰਜ ion surrounded each ion is called coordination number, ਕਿ ਕਿੰਨੇ ਨੂੰ ਟੱਚ ਕਰ ਰਹੇ ਨੇ. and the ratio of radius of cation to the radius of an ion is called radius ratio. So what is radius ratio? Radius of cation over radius of an ion, R positive over R negative. ਜੇ ਤੁਹਾਡੇ ਕੋਲ radius ratio 0.155 ਤੋਂ ਲੈ ਕੇ 0.224 ਤੱਕ ਆਉਂਦੀ ਹੈ ਤਾਂ ਇਹਦਾ ਕੋਆਰਡੀਨੇਸ਼ਨ ਨੰਬਰ ਹੋਊਗਾ 3, ਤੇ ਇਹਦੀ ਸਟਰਕਚਰ ਹੋਊਗੀ ਟ੍ਰਾਈਗੋਨਲ. ਕਿਹੜੀ, ਟ੍ਰਾਈਗੋਨਲ. ਤੇ ਜੇ ਤੁਹਾਡੇ ਕੋਲ ਇੱਥੇ ਵੈਸੇ 5 ਲਿਖਿਆ ਹੋਇਆ ਨੇ, 0.155 ਤੋਂ ਲੈ ਕੇ 0.224 ਤੱਕ,
क्योंकि इत्थों जिहड़ा अगला ऑर्डर तुहाडे कोल 0.225 तो स्टार्ट होना, ये वैल्यू इधर इनकलूड होनी है, इत्थे 24 तक ही चलनी। 0.224 तो लैके 0.414 तक है, यानी 413 तक तो कोआर्डीनेशन नंबर होगा 4, तो ये टैट्राहेड्रल शेप होगी, किहड़ी टैट्राहेड्रल। उस तो अगे जे तुहाडे कोल 414 तो लैके 0.731 तक इंक्लूडेड है तो 6 कोआर्डीनेशन नंबर होगा, स्ट्रक्चर होगी ऑक्टाहेड्रल, किहड़ी ऑक्टाहेड्रल। तो जे 0.732 तो लैके 1 तक वैल्यू है तो यदा कोआर्डीनेशन नंबर होगा 8, स्ट्रक्चर होगी क्यूबिक, किहड़ी क्यूबिक। क्लियर। सो नाउ वी डिस्कस द न्यूमेरिकल्स ऑफ डेंसिटी। फर्स्ट न्यूमेरिकल, एन एलिमेंट हैविंग अ BCC ज्योमेट्री, बॉडी सेंटर्ड क्यूबिक यूनिट्स ज्योमेट्री है, हैज़ एटॉमिक मास 50U, 50U the atomic mass है। Calculate the density of unit cell if its edge length is 290 picometer. So edge length A equal to 290 picometer we can convert into centimeter, 290 to 10 is power minus 10। जे असी मीटर च करांगे तो इत्थे 12 आ जाऊगा, जे सेंटीमीटर च करांगे तो 10 आऊगा। सो नंबर ऑफ एटम्स इन यूनिट सेल अकॉर्डिंग टू BCC, Z equal to 2। So atomic mass capital M equal to 50 gram per mole, and Avogadro number we know that 6.022 into 10 power 23 per mole, 23। So density equal to Z into M upon A cube into N naught। So इन्ना चारों दियां values सानू पता है, we substitute all these values of these variables। So 2 into 50 gram per mole, 290 into 10 power minus 10 centimeter the cube into 6.022 into 10 power 23 पर मोल ना पर मोल कैंसिल हो गए। 2 into 50 कितना आ गया 100, 290 द क्यूब into 6.022 into 10 into 3 कितना आ गया 30। सो 10 पर माइनस 30 into 10 पर 23, इन्हों असी एक दूजे चो प्लस करता, माइनस 30 प्लस 23 इट बिकम्स इक्वल टू 10 पर माइनस 7। सो आफ्टर कैलकुलेशन its density is 6.81 gram per cubic centimeter। Next numerical, an element has a body centered cubic BCC structure with a cell edge length 288 picometer। The density of element is 7.2 gram per cubic centimeter। So Z ਦੀ वैल्यू कितनी है 2, ਤੇ ਤੁਹਾਡੇ ਕੋਲੇ A ਦੀ वैल्यू कितनी है 288 picometer, ਤੇ ਤੁਹਾਡੇ ਕੋਲੇ density given है rho 7.2 gram per cubic centimeter। You write the given values and how many atoms are present in 208 gram of element। So 208 gram ਦੇ ਵਿੱਚ ਕਿੰਨੇ ਸਾਡੇ ਕੋਲੇ एलिमेंट एटम्स present होंगे। सो M ਦੀ वैल्यू कितनी है 208 है, कितनी है 208 है। क्लियर। सो वॉल्यूम ऑफ यूनिट सेल A ਦੀ वैल्यू कितनी है 288 पिकोमीटर ਦਾ क्यूब, ਅਸੀਂ ਜੇ वॉल्यूम कैलकुलेट करना है। सो 288 into 10 पर माइनस 12 मीटर, इनू असी सेंटीमीटर च कन्वर्ट करना तो 10 इज पर माइनस 10 आऊगा। सो इहदा जदों असी क्यूब किया इट बिकम्स इक्वल टू 2.39 into 10 इज पर माइनस 23, क्योंकि उन्हें 2 पॉइंट अगे लै गया, इस करके 7 जी वैल्यू है प्लस दी आ गई 10 दी आफ्टर क्यूबिंग दी वैल्यू ऑफ 288। सो ये थोड़े को A क्यूब की वैल्यू आ गई। वॉल्यूम ऑफ 208 ग्राम ऑफ एलिमेंट, मास अपॉन डेंसिटी 208 ग्राम अपॉन 7.2 ग्राम पर क्यूबिक सेंटीमीटर का वॉल्यूम कितना आ गया 28.88 क्यूबिक सेंटीमीटर। इन्हें अलग अलग चीज़ां कढ़िया, पहला वॉल्यूम कढ़िया, फिर वो दूसरा जो 208 ग्राम एलीमेंट का वॉल्यूम कढ़िया, क्योंकि वह मास तो डेंसिटी गिवन सी। इनू हुण कहता नंबर ऑफ यूनिट सैल इन दिस वॉल्यूम, किन्ने नंबर ऑफ यूनिट सैल्स ने। सो इस चीज़ नू इस वैल्यू दे नाल डिवाइड करता टोटल वॉल्यूम दे नाल। सो इट बिकम्स 12.08 into 1023 यूनिट सैल। ये एक एटम दे विच यूनिट सैल ने साडे कोले। कहंदा सेंस ईच BCC क्यूबिक यूनिट सैल कंटेन 2 एटम्स, हरेक BCC क्यूबिक यूनिट सैल दे विच 2 एटम्स ने। देयरफॉर दी टोटल नंबर ऑफ एटम्स इन 208 ग्राम, 208 ग्राम दे विच किन्ने ने इन्ने ने, ते पर वो एटम किन्ने ने 2 पर यूनिट सैल। सो 2 into 12.08 into 1023 यूनिट सैल इक्वल टू 24.16 into 1023 एटम साडे कोले 208 ग्राम दे विच प्रेजेंट ने जिहदी FCC स्ट्रक्चर है। एंड ट्राई टू सॉल्व दीज 2 न्यूमेरिकल्स, ऑल्सो टू सॉल्व these unsolved numerical। If you have any query you can call। Thank you।